राजा वड़िंग जी ट्रांसपोर्ट मंत्री बने, सानू आसां होईयां। मीटिंग दे विच जिहड़े चंगे काम सी असीं सलाघा भी कीती। सानू उन्हें कहा कि जिहड़े मैं परमिट 20/12 वाला जिहड़ा सूर्याकांत दा फैसला आ वो ते असीं लागू करता आ, साइन हो गए आ, तो तुहाडे कोलों एफीडेविट लैणे आ। असीं उन्हां नूं कहा असीं एफीडेविट दे दित्ता। असीं लोग भी दुखी सीगे, कुछ ऑपरेटरां करके सारी ट्रांसपोर्ट बदनाम सी, और दुखी सीगी, पर सानू बहुत वड्डी आस सीगी, पर हो उहदे उल्ट लग पिया। हुण हुशियारपुर दे विच मेरा ख्याल जिन्नियां भी ट्रांसपोर्टरां 4-4 5-5 गड्डियां अज भी RTA साहब ने बंद करतियां आ। लेडीज़ फ्री कीतियां, वो भी साडे ते कह लो एक किस्म का फैसला तो बहुत वधिया, करना चाहिए, लोगों की सहूलत देनी चाहिए, पर ट्रांसपोर्ट इंडस्ट्री नूं भी अखों भरोसे नहीं किया जाइदा। अज साडे ये हालात हो गए आ कि जिन्नियां कि गड्डियां साडियां इन्हें बंद करतियां, टैक्स तो दूर की गल आ, साडे कोलों वो फाइन ही नहीं भर। 31 तरीक तक 10 दिन हो जाने आ। जे 31 तरीक तक सानू कोई राहत ना दिती गई तो 1 तरीक नूं असीं सारे ट्रांसपोर्टर अपनी बसां बंद कर देवांगे। जिन्ने भी ट्रांसपोर्टर हैं सारियां अपनी बसां पार्क कर देवांगे, जां राजा साहब नूं असीं RTA के थ्रू जां GM के थ्रू जां DC के थ्रू जिहड़ियां बसां दीयां चाबियां आ, परमिट आ, वो असीं इन्हां नूं उप्पर दे कर देवांगे। इन्हां दी मर्जी वो रोडवेज 'च चलाउणियां, जिथे चलाउणियां चला सकदे। ਹੁਸ਼ਿਆਰਪੁਰ ਦੇ ਵਿੱਚ ਮੱਧ ਵਰਗੀ ਅਲੱਗ-ਅਲੱਗ ਟਰਾਂਸਪੋਰਟਰ ਇਕੱਠੇ ਹੋਏ ਅਤੇ ਇਹਨਾਂ ਟਰਾਂਸਪੋਰਟਰ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਹੁਣ ਇੱਕ ਚੇਤਾਵਨੀ ਦਿੱਤੀ ਹੈ ਕਿ 31 ਤਰੀਕ ਤੱਕ ਜੇਕਰ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਅਸੀਂ ਬੱਸਾਂ ਦੀਆਂ ਚਾਬੀਆਂ ਸਰਕਾਰ ਨੂੰ ਦੇ ਦੇਵਾਂਗੇ। ਇਹਨਾਂ ਟਰਾਂਸਪੋਰਟ ਦੇ ਕਹਿਣ ਮੁਤਾਬਿਕ ਜਦੋਂ ਸੂਬੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਅਤੇ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਦੀ ਬੈਠਕ ਹੋਈ ਸੀ, ਜਿਸ ਵਿੱਚ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ 10 ਦਿਨਾਂ ਵਿੱਚ ਉਹਨਾਂ ਨੂੰ ਟੈਕਸ ਛੂਟ ਲਈ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇਗਾ, ਪਰ ਛੋਟ ਨਹੀਂ ਉਲਟਾ RTO ਅਤੇ GM ਨੂੰ ਉਹਨਾਂ ਦੀਆਂ ਬੱਸਾਂ ਫੜਨ ਦੇ ਆਦੇਸ਼ ਦਿੱਤੇ ਗਏ ਨੇ, ਜਿਸ ਨਾਲ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਦਿੱਤੇ ਗਏ 10 ਦਿਨਾਂ ਦਾ ਸਮਾਂ 31 ਤਰੀਕ ਨੂੰ ਪੂਰਾ ਹੋ ਜਾਵੇਗਾ ਤੇ ਜੇਕਰ ਉਹਨਾਂ ਨਾਲ ਕੀਤੇ ਵਾਅਦੇ ਬਾਰੇ ਸੋਚਿਆ ਨਾ ਗਿਆ ਤਾਂ ਉਹ ਪ੍ਰਾਈਵੇਟ ਬੱਸਾਂ ਨਹੀਂ ਚਲਾਉਣਗੇ। 1 ਤਰੀਕ ਨੂੰ ਬੱਸਾਂ ਦੀਆਂ ਚਾਬੀਆਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਤੇ 4 ਤਰੀਕ ਨੂੰ ਦੀਵਾਲੀ ਸਮੇਂ ਲੋਕਾਂ ਨੂੰ ਆਉਣ ਵਾਲੀ ਪਰੇਸ਼ਾਨੀ ਬਾਰੇ ਸਰਕਾਰ ਜ਼ਿੰਮੇਵਾਰ ਹੋਵੇਗੀ। ਉਹ ਆਪ ਇਸ ਮਸਲੇ ਨੂੰ ਸੁਲਝਾਉਣ, ਆਪ ਦਖਲਅੰਦਾਜ਼ੀ ਕਰਨ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਲੋਕਡਾਊਨ ਲੱਗਾ ਸੀਗਾ, लॉकडाउन ਦੇ ਵਿੱਚ 50% ਸਵਾਰੀ ਸੀਗੀ ਕਰਤੀ ਸੀ ਗਵਰਨਮੈਂਟ ਨੇ, ਔਰ 5 ਵਜੇ ਤੱਕ ਸਰਵਿਸ ਬੰਦ ਹੋ ਜਾਂਦੀ ਸੀ, 2 ਦਿਨ ਲੋਕਡਾਊਨ ਲੱਗਦਾ ਸੀ ਸ਼ਨੀ ਐਤਵਾਰ। ਤਾਂ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ, ਖਜ਼ਾਨਾ ਮੰਤਰੀ ਨਾਲ ਔਰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਟਰਾਂਸਪੋਰਟਰਾਂ ਦੀ, ਔਰ ਉਹਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਕੋਈ ਗੱਲ ਨਹੀਂ, ਤੁਸੀਂ ਬੰਦ ਨਾ ਕਰੋ, ਤੁਸੀਂ ਟਰਾਂਸਪੋਰਟ ਨੂੰ ਚਲਾਵੋ, ਅਸੀਂ ਤੁਹਾਡਾ ਜਿਹੜਾ ਟੈਕਸ ਆ ਉਹ ਮਾਰਚ 2022 ਤੱਕ ਮਾਫ ਕਰ ਦੇਵਾਂਗੇ। ਉਸ ਤੋਂ ਉਪਰੰਤ ਸਰਕਾਰ ਚੇਂਜ ਹੋ ਗਈ, ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ, ਰਾਜਾ ਵੜਿੰਗ ਜੀ ट्रांसपोर्ट मंत्री बन गए, और नवी जिहड़ी मंत्री नवे सीगे राजा वड़िंग जी, उन्हां नाल भी काफ़ी बार मीटिंग हुई है। पिछली साडी 21 तरीक नूं उन्हां नाल मीटिंग हुई सीगी, और उहदे विच उन्हें विश्वास दिवाया कि जिहड़े मध वर्ग के ट्रांसपोर्टर आ, असीं मैं उन्हां दा 10 दिनां दे विच जिहड़ा टैक्स आ उहदे ते पॉलिसी लिया के माफ़ करांगे, कुछ ना कुछ असीं राहत जरूर देवांगे। पर उस तो बाद अफसरां ने RTA साहब और उस तो बाद ही GM साहब नूं पावर दे दी गई। उन्हीं ट्रांसपोर्टरां नूं अगे नालों भी ज़्यादा तंग करने पे। असीं तां रोने आ कि 14.5 साल असीं नरक भोगिया। राजा वड़िंग जी ट्रांसपोर्ट मंत्री बने, सानू आसां होईयां। मीटिंग दे विच जिहड़े चंगे काम सी असीं सलाघा भी कीती। सानू उन्हें कहा कि जिहड़े मैं परमिट 20/12 वाला जिहड़ा सूर्याकांत दा फैसला आ
ਉਹਦੇ ਤੇ ਅਸੀਂ ਲਾਗੂ ਕਰਤਾ ਆ, ਸਾਈਨ ਹੋ ਗਏ ਆ। ਤਾਂ ਤੁਹਾਡੇ ਕੋਲੋਂ ਐਫੀਡੇਵਿਟ ਲੈਣੇ ਆ। ਅਸੀਂ ਉਹਨਾਂ ਨੂੰ ਕਿਹਾ ਅਸੀਂ ਐਫੀਡੇਵਿਟ ਇਹਦੇ ਦੇ ਦੇਵਾਂਗੇ। ਟਾਈਮ ਟੇਬਲ ਦੀ ਉਹਨੀ ਗੱਲ ਕੀਤੀ, ਅਸੀਂ ਉਹਨਾਂ ਦੀ ਸ਼ਲਾਘਾ ਕੀਤੀ, ਪਰ ਅਸੀਂ ਉਹਨਾਂ ਨਾਲ ਰਲ ਕੇ ਚੱਲਣਾ ਚਾਹੁੰਦੇ ਸੀ। ਅਸੀਂ ਲੋਕ ਵੀ ਦੁਖੀ ਸੀਗੇ। ਕੁਝ ਆਪਰੇਟਰਾਂ ਕਰਕੇ ਸਾਰੀ ਟਰਾਂਸਪੋਰਟ ਬਦਨਾਮ ਸੀ, ਉਹ ਦੁਖੀ ਸੀਗੀ, ਪਰ ਸਾਨੂੰ ਬਹੁਤ ਵੱਡੀ ਆਸ ਸੀਗੀ, ਪਰ ਉਹਦੇ ਉਲਟ ਲੱਪਿਆ। ਹੁਣ ਅੱਜ ਵੀ ਹੁਸ਼ਿਆਰਪੁਰ ਦੇ ਵਿੱਚ ਮੇਰਾ ਖਿਆਲ ਜਿੰਨੀਆਂ ਵੀ ਟਰਾਂਸਪੋਰਟਰਾਂ 4-4 5-5 ਗੱਡੀਆਂ ਅੱਜ ਵੀ ਆਰਟੀਏ ਸਾਹਿਬ ਨੇ ਬੰਦ ਕਰਤੀਆਂ ਆ। ਕਾਰਨ ਕਿ ਜਿਸ ਦਿਨ ਲੋਕਡਾਊਨ ਲੱਗਾ ਸੀ ਉਸ ਦਿਨ ਤੇਲ ਦੀ ਪ੍ਰਾਈਸ ਸਿਰਫ 58 57 56 ਰੁਪਏ ਸੀਗੇ, ਤਾਂ ਅੱਜ 98 ਤੋਂ 99 ਰੁਪਏ ਡੀਜ਼ਲ ਹੋ ਗਿਆ। ਅਸੀਂ ਉਹਦੀ ਵੀ ਮਾਰ ਚੱਲ ਰਹੇ ਆ, 50% ਸਵਾਰੀ ਦੀ ਵੀ। ਫਿਰ ਇਹ ਨਹੀਂ ਲੇਡੀਜ਼ ਫ੍ਰੀ ਕੀਤੀਆਂ, ਉਹ ਵੀ ਸਾਡੇ ਤੇ ਕਹਿ ਲਓ ਇੱਕ ਕਿਸਮ ਦਾ ਫੈਸਲਾ ਤਾਂ ਬਹੁਤ ਵਧੀਆ, ਕਰਨਾ ਚਾਹੀਦਾ, ਲੋਕਾਂ ਦੀ ਸਹੂਲਤ ਦੇਣੀ ਚਾਹੀਦੀ ਆ, ਪਰ ਟਰਾਂਸਪੋਰਟ ਇੰਡਸਟਰੀ ਨੂੰ ਵੀ ਅੱਖੋਂ ਪਰੋਸੇ ਨਹੀਂ ਕੀਤਾ ਚਾਹੀਦਾ। ਉਹਨਾਂ ਨੂੰ ਵੀ ਉਹਦੇ ਬਦਲੇ ਕੁਛ ਨਾ ਕੁਛ ਰਾਹਤ ਦੇਣੀ ਚਾਹੀਦੀ ਸੀ ਗੌਰਮੈਂਟ ਨੂੰ, ਜਿਹੜੀ ਦਿੱਤੀ ਨਹੀਂ ਗਈ। ਨਾ ਸਾਡਾ ਕਿਰਾਇਆ ਵਧਾਇਆ ਗਿਆ। ਅੱਜ ਸਾਡੇ ਇਹ ਹਾਲਾਤ ਹੋ ਗਏ ਆ ਕਿ ਜਿੰਨੀਆਂ ਕਿ ਗੱਡੀਆਂ ਸਾਡੀਆਂ ਇਹਨੇ ਬੰਦ ਕਰਤੀਆਂ, ਟੈਕਸ ਤਾਂ ਦੂਰ ਦੀ ਗੱਲ ਆ, ਸਾਡੇ ਕੋਲੋਂ ਉਹ ਫਾਈਨ ਹੀ ਨਹੀਂ ਭਰ ਹੋਣਾ। ਘੱਟੋ ਘੱਟ ਇਸ ਇੰਡਸਟਰੀ ਨਾਲ 125 ਤੋਂ 150 ਕਰੋੜ 1.5 ਲੱਖ ਦੇ ਕਰੀਬ ਲੋਕ ਜੁੜੇ ਹੋਏ ਆ, ਰੁਜ਼ਗਾਰ ਇਹ ਕਰਦੇ ਆ, ਗਾਂ ਉਹਨਾਂ ਦੇ ਟੱਬਰ ਦੇਖ ਲਓ। ESI ਸਾਨੂੰ ਦੇਣਾ ਪੈਂਦਾ, ਪ੍ਰੋਵੀਡੈਂਟ ਫੰਡ ਸਾਨੂੰ ਦੇਣੇ ਪੈਂਦੇ ਆ, ਪਰ ਸਾਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਰਾਹਤ ਨਹੀਂ ਦਿੱਤੀ ਗਈ। ਤਾਂ ਅੱਜ ਟਰਾਂਸਪੋਰਟ ਇੰਡਸਟਰੀ ਦੇ ਇਹ ਹਾਲਾਤ ਆ ਕਿ ਮੇਰਾ ਖਿਆਲ ਆ ਭਈ ਇਹ ਖੜੀ ਆ, ਵੈਸੇ ਤਾਂ ਖੜੀ ਆ। ਜੇ ਅੱਜ ਵੀ ਦੇਖ ਲਈਏ, ਜੇ ਕਿਸੇ ਕੋਲ 40 ਬੱਸਾਂ ਤਾਂ ਮਸੀ ਰੋਡ ਤੇ 18 ਕੁ ਬੱਸਾਂ ਆ, ਬਾਕੀ ਖੜੀਆਂ ਆਲਰੇਡੀ। ਔਰ ਅਸੀਂ 10 ਦਿਨ ਦੇ ਭਰੋਸੇ ਨਾਲ ਮੰਤਰੀ ਸਾਹਿਬ ਦੇ ਨਾਲ 31 ਤਰੀਕ ਤੱਕ 10 ਦਿਨ ਹੋ ਜਾਣੇ ਆ। ਜੇ 31 ਤਰੀਕ ਤੱਕ ਸਾਨੂੰ ਕੋਈ ਰਾਹਤ ਨਾ ਦਿੱਤੀ ਗਈ ਤਾਂ 1 ਤਰੀਕ ਨੂੰ ਅਸੀਂ ਸਾਰੇ ਟਰਾਂਸਪੋਰਟਰ ਆਪਣੀਆਂ ਬੱਸਾਂ ਬੰਦ ਕਰ ਦੇਵਾਂਗੇ। ਮੱਧ ਵਰਗ ਦੇ ਜਿਹੜੇ ਆ, ਜੇ ਮਾਫੀਆ ਨੇ ਚਲਾਉਣੀਆਂ ਉਹ ਚਲਾ ਸਕਦਾ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਿਹੜਾ ਮੱਧ ਵਰਗ ਆ ਉਹ ਅਸੀਂ ਜਿੰਨੇ ਵੀ ਟਰਾਂਸਪੋਰਟਰ ਆ ਸਾਰੀਆਂ ਆਪਣੀਆਂ ਬੱਸਾਂ ਪਾਰਕ ਕਰ ਦੇਵਾਂਗੇ। ਜਾਂ ਰਾਜਾ ਸਾਹਿਬ ਨੂੰ ਅਸੀਂ ਆਰਟੀਏ ਦੇ ਥਰੂ ਜਾਂ GM ਦੇ ਥਰੂ ਜਾਂ DC ਦੇ ਥਰੂ ਜਿਹੜੀਆਂ ਬੱਸਾਂ ਦੀਆਂ ਚਾਬੀਆਂ ਆ, ਪਰਮਿਟ ਆ, ਉਹ ਅਸੀਂ ਇਹਨਾਂ ਨੂੰ ਉੱਪਰ ਦੇ ਕਰ ਦੇਵਾਂਗੇ। ਇਹਨਾਂ ਦੀ ਮਰਜ਼ੀ, ਉਹ ਰੋਡਵੇਜ਼ 'ਚ ਚਲਾਉਣੀਆਂ, ਜਿੱਥੇ ਚਲਾਉਣੀਆਂ ਚਲਾ ਸਕਦੇ ਆ। ਠੀਕ ਹੈ ਜੀ। ਟਰਾਂਸਪੋਰਟਰ ਕੀ ਮੰਗ ਕਰਦੇ ਆ? ਟਰਾਂਸਪੋਰਟਰਾਂ ਦੀ ਮੰਗ ਹੈ ਜੀ ਟੈਕਸ ਮਾਫ ਕਰਨਾ ਚਾਹੀਦਾ। ਤਾਂ ਜਿਹੜਾ ਟੈਕਸ ਆ, ਜਿਸ ਹਿਸਾਬ ਨਾਲ ਇਹਨੀ ਪਾਲਿਸੀਆਂ ਕੀਤੀਆਂ, ਜਿਸ ਹਿਸਾਬ ਨਾਲ ਇਹਨੀ ਪਾਲਿਸੀਆਂ ਲਿਆਂਦੀਆਂ, ਟਰਾਂਸਪੋਰਟਰਾਂ ਨੇ ਸਵੀਕਾਰ ਕੀਤਾ, ਪਰ ਉਹਦੇ ਬਦਲੇ ਟਰਾਂਸਪੋਰਟਰ ਨੂੰ ਵੀ ਟੈਕਸ ਘਟਾਉਣਾ ਚਾਹੀਦਾ। ਸਾਨੂੰ ਇਹ ਪ੍ਰੋਮਿਸ ਕੀਤੇ ਗਏ ਆ। ਟਰਾਂਸਪੋਰਟ ਤਾਂ ਅੱਜ ਤੋਂ 6 ਮਹੀਨੇ 7 ਮਹੀਨੇ ਪਹਿਲੇ ਖੜ ਜਾਣੀ ਸੀਗੀ, ਜੋ ਹਾਲਾਤ ਸੀਗੇ ਪਹਿਲਾਂ ਵੀ ਪ੍ਰੋਮਿਸ ਕੀਤੇ ਗਏ ਆ। ਅਸੀਂ ਸਿਰਫ ਇਹਨਾਂ ਨੂੰ ਰਿਮਾਈਂਡ ਕਰਾ ਰਹੇ ਆ ਔਰ ਬੇਨਤੀ ਕਰ ਰਹੇ ਸਾਰੇ ਟਰਾਂਸਪੋਰਟਰ, ਪਲੀਜ਼ ਸਾਡੇ ਤੇ ਕਿਰਪਾ ਕਰੋ, ਸਾਨੂੰ ਮਾਰੋ ਨਾ। ਅਸੀਂ ਤਾਂ ਪਹਿਲਾਂ ਹੀ 14.5 ਸਾਲ ਦੇ ਮਰੇ ਪਏ ਆ। ਸਾਨੂੰ ਤਾਂ ਆਸ ਸੀਗੀ ਕਿ ਰਾਜਾ ਸਾਹਿਬ ਮੰਤਰੀ ਬਣੇ ਆ, ਕੁਝ ਕਰਨਗੇ, ਅਸੀਂ ਇਹਨਾਂ ਦਾ ਸਾਥ ਦੇਣ ਨੂੰ ਤਿਆਰ ਆ। ਜਿੰਨਾ ਟੈਕਸ ਇਹੋ GST ਦੇ ਥਰੂ ਡੀਜ਼ਲ ਤੇ ਲੈ ਰਹੇ ਆ, ਉਹ ਵੀ ਬਹੁਤ ਜ਼ਿਆਦਾ ਆ। ਉਹ ਵੀ ਦੇਖੋ, ਤਾਂ ਜੇ ਅਸੀਂ ਦੀਵਾਲੀ ਵਾਲੇ ਦਿਨ ਵੀ ਅੱਡੇ ਬੰਦ ਕਰਾਂਗੇ, ਨਾ ਚੱਲਣ ਦੇਵਾਂਗੇ, ਕਿਉਂਕਿ ਰੋਡਵੇਜ ਨੂੰ ਗਵਰਨਮੈਂਟ ਸਬਸਿਡੀ ਤੇ ਤੇਲ ਦੇ ਕੇ ਚਲਾ ਰਹੀ ਆ। ਤਾਂ ਅਸੀਂ ਵੀ ਤਾਂ ਉਦਾਂ ਦੇ ਆਪਰੇਟਰ ਆ ਜਿੱਦਾਂ ਦੇ ਆ। ਠੀਕ ਹੈ, GM ਨੂੰ ਪਾਵਰ ਦੇਤੀ ਹੈ, GM ਪਰਮਿਟ ਚੈੱਕ ਕਰੇ, ਟਾਈਮ ਟੇਬਲ ਚੈੱਕ ਕਰੇ। ਜਿਹੜੀ ਗੱਡੀ ਪਰਮਿਟ ਤੋਂ ਬਗੈਰ ਆ ਜਾਂ ਟਾਈਮ ਟੇਬਲ ਤੋਂ ਬਗੈਰ ਆ, ਉਹਨੂੰ ਜੇ ਅੰਦਰ ਕਰਨ, ਜੋ ਮਰਜ਼ੀ ਕਰਨ, ਅਸੀਂ ਸਾਥ ਦੇਵਾਂਗੇ, ਪਰ ਟੈਕਸ ਅਸੀਂ ਨਹੀਂ ਦੇ ਸਕਦੇ ਭਰਾਵੋ। ਸਾਡੇ ਹਾਲਾਤ ਨਹੀਂ ਗੇ। ਅਸੀਂ ਆਲਰੇਡੀ ਕਹਿ ਲਓ ਟਰਾਂਸਪੋਰਟ ਪਹਿਲਾਂ ਹੀ ਕੌਮਾਂ ਦੇ ਵਿੱਚ ਆ, ਸਾਨੂੰ ਮਾਰੋ ਨਾ। ਹਰੇਕ ਦੇਸ਼, ਹਰੇਕ ਕੰਟਰੀ ਬਿਜ਼ਨਸਮੈਨ ਨੂੰ ਪ੍ਰਮੋਟ ਕਰਦੀ ਆ, ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਉਹ ਦਿਸਣ ਨੂੰ ਕੋਈ ਦਿਖ ਨਹੀਂ ਰਿਹਾ।
ਹਾਂਜੀ ਸਰ। ਪੰਜਾਬ ਦੇ ਸਮਾਲ ਬੱਸ ਆਪਰੇਟਰਸ ਜਿਹੜੀ ਇੱਥੇ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੇ ਫੈਸਲੇ ਕੀਤੇ ਗਏ ਆ, ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਆ ਵੀ ਜਿੱਦਾਂ ਉਹ ਇਲੈਕਸ਼ਨ ਵਰਾ ਕਰਕੇ ਜਾਂ ਉਹਨਾਂ ਦਾ ਪੰਜਾਬ ਉਹਨਾਂ ਦੀ ਪਾਰਟੀ ਦਾ ਕੋਈ ਏਜੰਡਾ ਹੈ, ਵੱਖ-ਵੱਖ ਵਰਗਾਂ ਨੂੰ ਉਹ ਰਾਹਤ ਦੇ ਰਹੇ ਨੇ ਤੇ ਇੱਕ ਟਰਾਂਸਪੋਰਟ ਇੰਡਸਟਰੀ ਜਿਹੜੀ ਕਿ ਮਾਰ ਚੱਲ ਰਹੀ ਹੈ, ਜਿੱਦਾਂ ਸਾਡੇ ਪਹਿਲਾਂ ਸਾਥੀ ਦੱਸਿਆ ਰਾਜ ਭਾਜੀ ਨੇ ਵੀ ਕਰੋਨਾ ਕਰਕੇ ਵੀ ਅਸੀਂ ਸਾਰੇ ਮਾਰ ਚੱਲੀ ਹੈ ਤੇ ਲੋਕਾਂ ਨੂੰ ਬੱਸ ਸਰਵਿਸ ਮੁਹੱਈਆ ਕਰਾਈਏ। ਉਹਦੇ ਵਿੱਚ ਲੋਕਡਾਊਨ ਵੀ ਹੋ ਜਾਂਦਾ ਸੀ, 2 ਦਿਨ ਬੱਸਾਂ ਬੰਦ ਹੁੰਦੀਆਂ ਸੀ ਸੈਟਰਡੇ ਸੰਡੇ, ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਸਵਾਰੀਆਂ ਵੀ ਨਹੀਂ ਲੈਣੀਆਂ ਹੁੰਦੀਆਂ। ਉਸ ਕਰਕੇ ਜਿਹੜਾ ਸਾਡਾ ਘਾਟਾ ਪਿਆ ਆਰਥਿਕ ਤੌਰ ਤੇ, ਅਸੀਂ ਚਾਹੁੰਦੇ ਹਾਂ ਵੀ ਸਰਕਾਰ ਜਿੱਥੇ ਬਾਕੀ ਵਰਗਾਂ ਨੂੰ ਰਾਹਤ ਦਿੰਦੀ ਹੈ ਉੱਥੇ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣਾ ਵੀ ਸਰਕਾਰ ਜ਼ਿੰਮੇਵਾਰ ਬਣਦੀ ਹੈ। ਜਿਸ ਤਰ੍ਹਾਂ ਸਾਡਾ ਨਾਲ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਵਾਅਦਾ ਕੀਤਾ ਸੀ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਉਹ ਛੇਤੀ ਇਸ ਗੱਲ 'ਚ ਦਖਲ ਦੇਣ ਤੇ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣ, ਕਿਉਂਕਿ ਜੇ ਅਸੀਂ ਸਰਕਾਰ ਨੂੰ ਡੀਜ਼ਲ ਜਿਹੜਾ ਰੇਟ ਵਧਿਆ ਕਰੋਨਾ ਦੇ ਦੌਰਾਨ ਇਹ ਤਕਰੀਬਨ 44 ਰੁਪਏ ਵੱਧ ਗਿਆ ਤੇ ਇਹਦੇ ਉੱਤੇ ਵੈਟ ਸਰਕਾਰ ਨੂੰ 15 ਰੁਪਏ ਪ੍ਰਤੀ ਲੀਟਰ ਅਸੀਂ ਵੱਧ ਦੇ ਰਹੇ ਹਾਂ। ਜਿਹੜੀ ਗੱਡੀ ਇੱਕ 400 ਕਿਲੋਮੀਟਰ ਚੱਲਦੀ ਆ ਉਹ 1500 ਰੁਪਈਆ ਵੱਧ ਉਹਨਾਂ ਨੂੰ ਵੈਟ ਜਾ ਰਿਹਾ ਸਰਕਾਰ ਨੂੰ, ਜਿਹੜਾ ਕਿ ਸਾਡਾ ਮੋਟਰ ਵਹੀਕਲ ਟੈਕਸ ਨਾਲੋਂ ਕਿਤੇ ਜ਼ਿਆਦਾ ਹੈ। ਸਾਡੀ ਉਹਨਾਂ ਤੋਂ ਡਿਮਾਂਡ ਇਹ ਆ ਵੀ ਸਾਡਾ ਜਿਹੜਾ ਮੌਜੂਦਾ ਪੁਰਾਣਾ ਟੈਕਸ ਰਹਿ ਰਿਹਾ, ਜਿੱਦਾਂ ਉਹਨਾਂ ਨੇ ਭਰੋਸਾ ਦਿਵਾਇਆ ਸੀ ਉਹਨੂੰ ਉਹ ਮਾਫ ਕਰਨ ਤੇ ਅੱਗੇ ਤੋਂ ਜਿਹੜਾ ਜੇ ਸਰਕਾਰ ਨੇ ਲੇਡੀਜ਼ ਨੂੰ ਫ੍ਰੀ ਚਲਾਉਣਾ ਆ ਤੇ ਕਿਉਂਕਿ ਇੰਡਸਟਰੀ ਆ ਸਾਡੀਆਂ ਜਿਹੜੀਆਂ ਸਵਾਰੀਆਂ ਡਾਇਵਰਟ ਹੋ ਜਾਂਦੀਆਂ ਦੂਜੀਆਂ ਬੱਸਾਂ ਵੱਲ ਤੇ ਉਹਨਾਂ ਨੂੰ ਰਾਹਤ ਦੇਣੀ ਬਣਦੀ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ। ਤੇ ਅਸੀਂ ਉਹਨਾਂ ਨੂੰ ਉਦੋਂ ਰਾਜਾ ਵੜਿੰਗ ਜੀ ਨੂੰ ਕਹਿ ਕੇ ਆਏ ਆ ਵੀ ਅਸੀਂ ਇਹਦਾ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਟੈਕਸ ਜਿਹੜਾ ਸਾਡਾ ਉਹ 50 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਜਾਵੇ। ਸਰ ਟੈਕਸ ਕਦੋਂ ਦੀ ਮੰਗ ਕਰਦੇ ਤੁਸੀਂ? ਕਦੋਂ ਤੋਂ ਸਾਡਾ ਇਹ ਉਹਨਾਂ ਨੇ ਆਪ ਵਾਅਦਾ ਕੀਤਾ ਸੀ ਵੀ 1 ਜਨਵਰੀ 2021 ਤੋਂ ਲੈ ਕੇ 31 ਮਾਰਚ 2022 ਤੱਕ ਅਸੀਂ ਮਾਫ ਕਰਾਂਗੇ। ਸਾਡੀ ਵੀ ਇਹ ਡਿਮਾਂਡ ਆ ਵੀ ਜਿੱਦਾਂ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਪੁਰਾਣੇ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਪੂਰਾ ਕੀਤਾ ਜਾਵੇ, ਵੀ ਸਰਕਾਰ ਆਪਣੇ ਵਾਅਦੇ ਤੋਂ ਨਾ ਭੱਜੇ। ਟੈਕਸ ਘਟਾਇਆ ਤੇ ਟੈਕਸ ਜਿਹੜਾ ਆ ਜਿੱਦਾਂ ਅਸੀਂ ਪਹਿਲਾਂ ਬੇਨਤੀ ਕੀਤੀ ਆ ਵੀ ਇਸ ਵੇਲੇ ਜੋ ਰੇਟ ਹੈਗਾ ਉਹ ਰੇਟ ਘਟਾ ਕੇ 50 ਪੈਸੇ ਪ੍ਰਤੀ ਕਿਲੋਮੀਟਰ ਹੈਗਾ ਉਹ ਫਿਕਸ ਕੀਤਾ ਜਾਵੇ। ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਦਿਨਾਂ ਦੀ ਛੂਟ ਹੈ ਉਹਦੇ ਵਿੱਚ ਹੁੰਦੀ ਆ ਉਹ 'ਚ ਵਾਧਾ ਕੀਤਾ ਜਾਵੇ। ਅਸੀਂ ਚਾਹੁੰਦੇ ਆ ਵੀ ਸਾਨੂੰ ਬੱਸਾਂ ਬੰਦ ਨਾ ਕਰਨੀਆਂ ਚਾਹਣ। ਅਸੀਂ ਇਹ ਭਰੇ ਮਨ ਨਾਲ ਫੈਸਲਾ ਲਿਆ ਅੱਜ, ਜੇ ਅਸੀਂ ਬੱਸਾਂ ਬੰਦ ਕਰਨ ਦਾ ਫੈਸਲਾ ਲਿਆ ਬੜੀ ਦੁਖੀ ਹੋ ਕੇ ਲਿਆ। ਇਸ ਕਰਕੇ ਚਾਹੁੰਦੇ ਆ ਵੀ ਜਿਹੜੀ ਆਉਣ ਵਾਲੀ ਦੀਵਾਲੀ ਆ 4 ਤਰੀਕ ਨੂੰ, ਅਸੀਂ ਚਾਹੁੰਦੇ ਸਰਕਾਰ ਪੰਜਾਬ ਦੇ ਵਸਨੀਕਾਂ ਨੂੰ ਦੀਵਾਲੀ ਤੇ ਤੰਗ ਪਰੇਸ਼ਾਨੀ ਦੀ ਜਿਹੜੀ ਜ਼ਿੰਮੇਵਾਰੀ ਹੋਊਗੀ ਸਰਕਾਰ ਦੀ ਹੋਊਗੀ। ਕੱਲ੍ਹ ਨੂੰ ਲੋਕ ਕਹਿਣਗੇ ਜੇ ਬੱਸਾਂ ਬੰਦ ਹੋ ਗਈਆਂ ਇਹ ਜ਼ਿੰਮੇਵਾਰੀ ਸਰਕਾਰ ਤੇ ਹੋਊਗੀ, ਔਰ ਸਰਕਾਰ ਨੂੰ ਚਾਹੀਦਾ ਸਾਨੂੰ ਵੀ ਔਰ ਪੰਜਾਬ ਦੀ ਜਨਤਾ ਨੂੰ ਵੀ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਇਆ ਛੇਤੀ ਫੈਸਲਾ ਕਰਨਾ ਚਾਹੀਦਾ। ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨੇ ਅਤੇ ਉਹਨਾਂ ਵੱਲੋਂ ਗੈਰ ਕਾਨੂੰਨੀ ਬੱਸਾਂ ਦੇ ਉੱਤੇ ਨਕੇਲ ਕਸੀ ਜਾ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਪ੍ਰਾਈਵੇਟ ਬੱਸਾਂ ਵਾਲੇ ਆਪਣਾ ਦਰਦ ਸਰਾਹ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਟੈਕਸ ਦੇ ਵਿੱਚ ਛੋਟ ਦਿੱਤੀ ਜਾਵੇਗੀ, ਪਰ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਗਈ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।